2 ਮਾਰਚ 2022 ਦਿਨ ਬੁੱਧਵਾਰ ਸੈਮੀਆਮੂ, ਕੈਟਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਫੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਹੀ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਨਾਲ ਦੀ ਨਾਲ ਦਾ ਐਮਪਾਇਰ ਬੈਂਕਟ ਹਾਲ ਅਤੇ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਰੂਸ ਅਤੇ ਯੂਕਰੇਨ ਯੁੱਧ ਦੀ ਗੱਲ ਕਰਾਂਗੇ। ਤਾਜ਼ਾ ਅਪਡੇਟ ਉੱਥੋਂ ਕੀ ਆ ਰਹੀ ਆ, ਕਿਸ ਤਰੀਕੇ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਇੱਕ ਪਾਸੇ, ਦੂਜੇ ਪਾਸੇ ਗਹਿ ਗੱਚ ਲੜਾਈ ਵੀ ਚੱਲ ਰਹੀ ਆ। ਪਹਿਲੀ ਵਾਰੀ ਕੁਝ ਅੰਕੜੇ ਜਿਹੜੇ ਆ ਮੌਤਾਂ ਸੰਬੰਧੀ ਸਾਹਮਣੇ ਆਏ ਆ। ਇਸੇ ਦੌਰਾਨ ਆਪਾਂ ਗੱਲਬਾਤ ਕਰਨੀ ਹੈ ਕਿ ਪੱਛਮੀ ਮੁਲਕ ਕੀ ਕਹਿ ਰਹੇ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੀ ਕਿਹਾ ਹੈ, ਅਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਬੈਂਕ ਆਫ ਕੈਨੇਡਾ ਵੱਲੋਂ ਅੱਜ ਵਧਾਈਆਂ ਗਈਆਂ ਵਿਆਜ ਦਰਾਂ ਬਾਰੇ, ਵੀ ਤੁਹਾਨੂੰ ਇਹ ਕਿਵੇਂ ਪ੍ਰਭਾਵਿਤ ਕਰ ਸਕਦੀਆਂ। ਗੱਲ ਕਰਾਂਗੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਕਿ ਕੇਜਰੀਵਾਲ ਸਰਕਾਰ ਦੇ ਬਣਾਏ ਬੋਰਡ ਵੱਲੋਂ ਇੱਕ ਵਾਰੀ ਫਿਰ ਰਿਹਾਈ ਜਿਹੜੀ ਆ ਉਹ ਰੋਕ ਦਿੱਤੀ ਗਈ ਆ। ਅਤੇ ਅਖੀਰ ਵਿੱਚ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਡੈਮ ਜਿਹੜੇ ਆ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਚੁੱਪ ਚਪੀਤੇ ਜਿਹੜੇ ਬਿੱਲ ਪਾਸ ਕੀਤੇ ਗਏ ਆ। ਪੰਜਾਬ ਦੇ ਸਿਆਸਤਦਾਨ ਖਾਸ ਕਰਕੇ MP ਜਿਹੜੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਾਂ ਉਹ ਜਾਣਬੁੱਝ ਕੇ ਚੁੱਪ ਰਹੇ ਆ। ਇਸ ਸਾਰੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ। ਪ੍ਰੋਗਰਾਮ ਦਾ ਸੋਤਾ ਸ਼ੋਅ 'ਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਪ੍ਰੋਗਰਾਮ ਦੀ ਸ਼ੁਰੂਆਤ 'ਚ ਆਪਾਂ ਗੱਲਬਾਤ ਕਰਾਂਗੇ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਦੀ। ਜਿੱਥੇ ਇੱਕ ਪਾਸੇ ਗਹਿ ਗੱਚ ਲੜਾਈ ਜਿਹੜੀ ਆ ਰੂਸੀ ਅਤੇ ਯੂਕਰੇਨੀ ਫੌਜਾਂ ਵਿਚਾਲੇ ਚੱਲ ਰਹੀ ਆ, ਉੱਥੇ ਨਾਲ ਦੀ ਨਾਲ ਗੱਲਬਾਤ ਦੇ ਵਾਸਤੇ ਵੀ ਅੱਗੇ ਵਧਿਆ ਜਾ ਰਿਹਾ ਹੈ। 1997 ਤੋਂ ਬਾਅਦ ਇਹ ਪਹਿਲੀ ਵਾਰੀ ਆ ਕਿ UN ਸੰਯੁਕਤ ਰਾਸ਼ਟਰ ਦਾ ਐਮਰਜੈਂਸੀ ਸੈਸ਼ਨ ਜਿਹੜਾ ਬੁਲਾਇਆ ਗਿਆ। ਜਿਵੇਂ ਕਿ ਤੁਸੀਂ ਜਾਣਦੇ ਆ ਕਿ UN ਜਿਹੜੀ ਕਿ ਅੰਤਰਰਾਸ਼ਟਰੀ ਪੰਚਾਇਤ ਆਪਾਂ ਕਹਿ ਸਕਦੇ ਹਾਂ, ਉਹਦੇ 193 ਮੁਲਕ ਜਿਹੜੇ ਆ ਮੈਂਬਰ ਆ। ਇਹਨਾਂ ਦੇ ਵਿੱਚੋਂ 141 ਮੈਂਬਰਾਂ ਨੇ ਰੂਸ ਦੀ ਇਸ ਕਾਰਵਾਈ ਨੂੰ ਗਲਤ ਕਾਰਵਾਈ ਦੱਸਦਿਆਂ ਇਹਦੇ ਉਲਟ ਵੋਟ ਪਾਈ ਆ। ਉਹ ਕਹਿੰਦੇ ਵੀ ਇਹ ਭੜਕਾਊ ਕਾਰਵਾਈ ਆ, ਇਹ ਜਿਹਾ ਨਹੀਂ ਹੋਣਾ ਚਾਹੀਦਾ ਸੀਗਾ। ਸੋ ਯੂਨਾਈਟਿਡ ਨੇਸ਼ਨਸ ਅਸੈਂਬਲੀ ਦੇ ਵਿੱਚ 141 ਮੁਲਕ ਜਿਹੜੇ ਆ ਉਹ ਯੂਕਰੇਨ ਦੇ ਕੀਤੇ ਗਏ ਰੂਸੀ ਹਮਲੇ ਦੇ ਵਿਰੁੱਧ ਭੁਗਤੇ ਆ। 5 ਮੁਲਕ ਅਜਿਹੇ ਆ ਜਿਨ੍ਹਾਂ ਨੇ ਰੂਸ ਦਾ ਸਾਥ ਦਿੱਤਾ ਆ। ਇਹਨਾਂ ਦੇ ਵਿੱਚ ਕਿਊਬਾ, ਨਾਰਥ ਕੋਰੀਆ, ਬੈਲਾਰੂਸ ਅਤੇ ਸੀਰੀਆ ਸ਼ਾਮਲ ਆ, ਜਦੋਂ ਕਿ 35 ਮੁਲਕ ਅਜਿਹੇ ਆ ਜਿਨ੍ਹਾਂ ਨੇ ਗੈਰ ਹਾਜ਼ਰੀ ਰੱਖੀ ਆ। ਮਤਲਬ ਕਿ ਉਹ ਕਿਸੇ ਕਾਰਨ ਜਾਂ ਜਾਣ ਬੁੱਝ ਕੇ ਸ਼ਾਮਲ ਨਹੀਂ ਹੋਏ। ਅਤੇ ਗੈਰ ਹਾਜ਼ਰ ਰਹਿਣ ਵਾਲੇ ਮੁਲਕਾਂ ਦੇ ਵਿੱਚ ਭਾਰਤ ਵੀ ਸ਼ੁਮਾਰ ਹੈਗਾ ਜੀ। ਜਦੋਂ ਇੱਕ ਪਾਸੇ ਕੀਵ ਅਤੇ ਇਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਦੇ ਵਿੱਚ ਗਹਿ ਗੱਚ ਲੜਾਈ ਜਿਹੜੀ ਆ ਚੱਲ ਰਹੀ ਆ, ਨਾਰਥ ਵਾਲੇ ਪਾਸਿਓਂ ਸਾਊਥ ਵਾਲੇ ਪਾਸਿਓਂ ਰਸ਼ੀਅਨ ਜਿਹੜੀ ਆਰਮੀ ਆ ਉਹ ਅੱਗੇ ਵੱਧ ਰਹੀ ਆ, ਤਾਂ ਕੀਵ ਦੀਆਂ ਆਊਟਸਕਰਟਸ ਦੇ ਉੱਤੇ ਬਾਹਰਲੇ ਛੋਟੇ ਸ਼ਹਿਰਾਂ ਦੇ ਵਿੱਚ ਯੂਕਰੇਨੀ ਲੋਕ, ਯੂਕਰੇਨੀ ਫੌਜ ਜਿਹੜੀ ਆ ਉਹ ਰੂਸੀ ਫੌਜਾਂ ਨੂੰ ਰੋਕਣ ਦੇ ਵਾਸਤੇ ਪੂਰੀ ਵਾਹ ਲਾ ਰਹੇ ਆ। 40 ਮੀਲ ਲੰਮਾ ਟੈਂਕਾਂ, ਬਖਤਰਬੰਦ ਗੱਡੀਆਂ ਦਾ ਕਾਫਲਾ ਜਿਹੜਾ ਕਿ 64 ਕਿਲੋਮੀਟਰ ਦੇ ਕਰੀਬ ਬਣ ਜਾਂਦਾ, ਉਹ ਕੀਵ ਵੱਲ ਨੂੰ ਵਧਿਆ ਤੁਰਿਆ ਆਉਂਦਾ। ਰੂਸ ਵਾਲੇ ਵੀ ਇਹੀ ਕਹਿ ਰਹੇ ਆ ਅਤੇ ਪੱਛਮੀ ਮੁਲਕ ਵੀ ਇਹ ਕਹਿ ਰਹੇ ਆ ਕਿ ਰੂਸ ਦਾ ਜਿਹੜਾ ਇਰਾਦਾ ਆ ਉਹ ਯੂਕਰੇਨ ਦੀ ਸਰਕਾਰ ਦਾ ਤਖਤਾ ਪਲਟਾਉਣਾ ਆ, ਮੌਜੂਦਾ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਅਹੁਦਿਓਂ ਲਾਉਣਾ ਆ, ਤਾਂ ਕਿ ਕਠਪੁਤਲੀ ਸਰਕਾਰ ਜਿਹੜੀ ਬਣਾਈ ਜਾ ਸਕੇ, ਜਿਹੜੀ ਕਿ ਰੂਸ ਦੇ ਹੱਕ ਵਿੱਚ ਹੋਵੇ ਅਤੇ ਉਹ ਨੈਟੋ ਮੁਲਕਾਂ ਤੋਂ, ਯੂਰਪੀਅਨ ਯੂਨੀਅਨ ਤੋਂ ਦੂਰੀ ਜਿਹੜੀ ਆ ਬਣਾ ਸਕੇ। ਜਿੱਥੇ ਇੱਕ ਪਾਸੇ ਤਖਤਾ ਪਲਟਾਉਣ ਦੇ ਵਾਸਤੇ ਕੀਵ ਵੱਲ ਫੌਜਾਂ ਰੂਸ ਦੀਆਂ ਵੱਧ ਰਹੀਆਂ, ਦੂਜੇ ਪਾਸੇ ਗੱਲਬਾਤ ਦਾ ਗੇੜ ਜਿਹੜਾ ਆ ਉਹ ਵੀ ਜਾਰੀ ਆ। ਪੋਲੈਂਡ ਅਤੇ ਬੈਲਾਰੂਸ ਦੇ ਬਾਰਡਰ ਦੇ ਉੱਤੇ ਯੂਕਰੇਨੀ ਅਤੇ ਰੂਸੀ ਵਫਦ ਗੱਲਬਾਤ ਵਾਸਤੇ ਪਹੁੰਚ ਚੁੱਕਾ ਆ। ਉੱਥੇ ਹੁਣ ਤੋਂ ਕੁਝ ਘੰਟੇ ਬਾਅਦ ਜਿਹੜੀ ਆ ਗੱਲਬਾਤ ਸ਼ੁਰੂ ਹੋ ਜਾਣੀ ਆ। ਪਹਿਲੇ ਗੇੜ ਦੀ ਗੱਲਬਾਤ ਜਿਹੜੀ ਉਹ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਦੂਜੇ ਗੇੜ ਦੀ ਗੱਲਬਾਤ ਵਿੱਚ ਨੈਗੋਸ਼ੀਏਸ਼ਨਸ ਫਿਰ ਹੋਣਗੀਆਂ। ਯੂਕਰੇਨੀ ਆਪਣਾ ਪੱਖ ਰੱਖਣਗੇ, ਰੂਸੀ ਆਪਣਾ ਪੱਖ ਰੱਖਣਗੇ, ਤਾਂ ਕਿ ਕਿਸੇ ਤਰੀਕੇ ਇਹ ਗੋਲੀਬੰਦੀ ਜਿਹੜੀ ਆ, ਜੰਗਬੰਦੀ ਆ ਹੋ ਸਕੇ, ਬਹਿ ਕੇ ਟੇਬਲ ਦੇ ਉੱਤੇ ਗੱਲਬਾਤ ਮੁਕਾਈ ਜਾ ਸਕੇ। ਇਸ ਦੇ ਨਾਲ ਹੀ 7 ਦਿਨ ਜਿਹੜੀ ਪੁਰਾਣੀ ਇਹ ਜੰਗ ਆ, ਇਹਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦੇ ਬਾਰੇ ਅਧਿਕਾਰਤ ਤੌਰ ਦੇ ਉੱਤੇ ਅਫੀਸ਼ੀਅਲੀ ਜਿਹੜਾ ਬਹੁਤਾ ਕੁਝ ਨਹੀਂ ਕਿਹਾ ਜਾ ਰਿਹਾ, ਪਰ ਫਿਰ ਵੀ ਦਾਅਵੇ ਜਿਹੜੇ ਆ ਕੁਝ ਸਾਹਮਣੇ ਆਏ ਆ। ਪਹਿਲਾਂ ਤਾਂ ਕੋਈ ਅੰਦਾਜ਼ਾ ਜਿਹੜਾ ਆ ਉਹ ਲੱਗ ਨਹੀਂ ਸੀ ਰਿਹਾ। ਹੁਣ ਹੋਇਆ ਕਿ ਜਿਹੜਾ ਰੂਸ ਦਾ ਰੱਖਿਆ ਵਿਭਾਗ ਆ, ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ 498 ਰੂਸੀ ਫੌਜੀ ਇਸ ਯੁੱਧ ਦੇ ਵਿੱਚ ਹੁਣ ਤੱਕ ਮਾਰੇ ਗਏ ਆ। 1600 ਦੇ ਕਰੀਬ ਰੂਸੀ ਫੌਜੀ ਜਿਹੜੇ ਜ਼ਖਮੀ ਹੋਏ ਆ, ਜਿਹਨਾਂ ਨੂੰ ਵਾਪਸ ਮਾਸਕੋ ਜਿਹੜੀ ਕਿ ਰੂਸ ਦੀ ਰਾਜਧਾਨੀ ਆ ਉੱਥੇ ਲਿਆਂਦਾ ਗਿਆ। ਮਿਲਟਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਆ। ਇਹ ਜਿਹੜਾ ਰੂਸ ਦੇ ਰੱਖਿਆ ਵਿਭਾਗ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ 2870 ਯੂਕਰੇਨੀ ਫੌਜੀ ਜਿਹੜੇ ਮਾਰ ਦਿੱਤੇ ਆ,
3700 ਤੋਂ ਉੱਪਰ ਨੂੰ ਜ਼ਖਮੀ ਕੀਤਾ। ਪਰ ਇਹ ਰੂਸ ਦੇ ਰੱਖਿਆ ਵਿਭਾਗ ਦਾ ਕਹਿਣਾ ਆ, ਯੂਕਰੇਨ ਨੇ ਅਜਿਹੀਆਂ ਮੌਤਾਂ ਦੀ ਹਾਲੇ ਪੁਸ਼ਟੀ ਜਿਹੜੀ ਆ ਉਹ ਨਹੀਂ ਕੀਤੀ। ਯੂਕਰੇਨ ਦੇ ਵਿੱਚ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਕੰਮ ਕਰ ਰਹੀਆਂ ਆ, ਉਹਨਾਂ ਨੇ ਇਹ ਅੰਕੜਾ ਜ਼ਰੂਰ ਦਿੱਤਾ ਹੈ ਕਿ 2000 ਤੋਂ ਉੱਪਰ ਯੂਕਰੇਨੀ ਨਾਗਰਿਕ ਜਿਹੜੇ ਆ ਉਹ ਰੂਸੀ ਹਮਲਿਆਂ ਦੇ ਵਿੱਚ ਮਾਰੇ ਗਏ ਆ। ਬਹੁਤ ਸਾਰੀਆਂ ਸਰਕਾਰੀ ਇਮਾਰਤਾਂ, ਗੈਰ ਸਰਕਾਰੀ ਇਮਾਰਤਾਂ ਢਹਿ ਢੇਰੀ ਹੋ ਗਈਆਂ। ਜਿਹੜੇ ਵੀ ਯੂਕਰੇਨ ਦੇ ਵੱਡੇ ਵੱਡੇ ਸ਼ਹਿਰ ਚਾਰਾਂ ਦਿਸ਼ਾਵਾਂ ਦੇ ਵਿੱਚ ਹੈਗੇ ਆ, ਉੱਥੇ ਬੰਬਾਂ ਦੇ ਨਾਲ, ਮਿਜ਼ਾਈਲਾਂ ਦੇ ਨਾਲ ਹਮਲੇ ਹੋਏ ਆ। ਅਤੇ ਯੂਕਰੇਨ ਇਹ ਵੀ ਕਹਿ ਰਿਹਾ ਕਿ ਸਾਡੇ ਸਕੂਲ, ਹਸਪਤਾਲ ਜਿਹੜੇ ਆ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਆ। ਇਸੇ ਦੌਰਾਨ UN ਰਿਫਿਊਜੀ ਏਜੰਸੀ ਨੇ ਦੱਸਿਆ ਕਿ 9.25 ਲੱਖ ਦੇ ਕਰੀਬ ਲੋਕ ਜਿਹੜੇ ਆ ਯੂਕਰੇਨ ਦੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਆ। ਮਤਲਬ ਕਿ ਉਹ ਹੋਰ ਮੁਲਕਾਂ ਦੇ ਵਿੱਚ ਕੱਢ ਲਏ ਗਏ ਆ, ਚਾਹੇ ਉਹ ਮਾਲਡੋਵਾ ਆ, ਚਾਹੇ ਉਹ ਸਲੋਵਾਕੀਆ ਆ, ਅਤੇ ਜਾਂ ਪੋਲੈਂਡ ਹੈਗਾ ਆ। ਸੋ ਇਹਨਾਂ ਦੀ ਗਿਣਤੀ 9.25 ਲੱਖ ਦੀ ਕਰੀਬ ਦੱਸੀ ਜਾ ਰਹੀ ਆ। ਇਹਨਾਂ ਦੇ ਵਿੱਚ ਭਾਰਤ ਦੇ ਨਾਲ ਸੰਬੰਧਿਤ ਵਿਦਿਆਰਥੀ ਵੀ ਸ਼ਾਮਲ ਆ, ਅਤੇ ਨਾਲ ਦੀ ਨਾਲ ਇਹਨਾਂ ਦੇ ਵਿੱਚ ਉਹ ਪੰਜਾਬੀ ਵੀ ਸ਼ਾਮਲ ਆ ਜਿਹੜੇ ਕਿ ਏਜੰਟਾਂ ਦੇ ਰਾਹੀਂ ਯੂਰਪ ਪਹੁੰਚਣਾ ਚਾਹੁੰਦੇ ਹੁੰਦੇ ਆ, ਅਤੇ ਯੂਕਰੇਨ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਫਸੇ ਬੈਠੇ ਸੀਗੇ। ਸੋ ਉਹਨਾਂ ਦੇ ਨਾਲ ਹੀ ਇਹ ਵੀ ਯੂਰਪ ਵੱਲ ਨੂੰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਆ। ਜਿਹੜਾ ਨਕਸ਼ਾ ਜਿਹੜਾ ਦਿਖਾਇਆ ਜਾ ਰਿਹਾ ਇਸ ਵੇਲੇ ਕਿ ਰੂਸੀ ਫੌਜਾਂ ਕਿੱਥੇ ਕਿੱਥੇ ਕਾਬਜ਼ ਹੋ ਗਈਆਂ, ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਨਾਰਥ ਅਤੇ ਸਾਊਥ ਦੋਵੇਂ ਪਾਸਿਓਂ ਫੌਜਾਂ ਜਿਹੜੀਆਂ ਆ ਰੂਸ ਦੀਆਂ ਉਹ ਅੱਗੇ ਵੱਧ ਰਹੀਆਂ ਆ। ਜਿਹੜੇ ਉਹਨਾਂ ਦੇ ਬੰਦਰਗਾਹਾਂ ਨਾਲ ਲੱਗਦੇ ਸ਼ਹਿਰ ਆ, ਚਾਹੇ ਮੈਰੀਓਪੋਲ ਆ ਜਾਂ ਅਡੇਸਾ ਆ, ਉੱਥੇ ਕਬਜ਼ਾ ਕੀਤਾ ਜਾ ਚੁੱਕਾ ਆ। ਇੱਕ ਹੋਰ ਸ਼ਹਿਰ ਖੈਰਸਨ ਹੈਗਾ, ਉਹਦੇ ਉੱਤੇ ਵੀ ਰੂਸੀ ਦਾਅਵਾ ਕਰ ਰਹੇ ਆ ਕਿ ਸਾਡਾ ਕਬਜ਼ਾ ਹੋ ਗਿਆ ਆ। ਯੂਕਰੇਨੀ ਇਹ ਕਹਿ ਰਿਹਾ ਕਿ ਕਬਜ਼ਾ ਪੂਰਨ ਤੌਰ 'ਤੇ ਨਹੀਂ ਹੋਇਆ, ਸ਼ਹਿਰ ਦੇ ਕੁਝ ਹਿੱਸਿਆਂ ਦੇ ਉੱਤੇ ਹੋਇਆ ਆ। ਖਾਰਕੀਵ ਜਿਹੜਾ ਆਲਰੇਡੀ ਵੱਡਾ ਸ਼ਹਿਰ ਹੈਗਾ, ਦੂਜਾ ਵੱਡਾ ਸ਼ਹਿਰ ਯੂਕਰੇਨ ਦਾ, ਉੱਥੇ ਰੂਸੀ ਫੌਜਾਂ ਜਿਹੜੀਆਂ ਉਹ ਕਹਿੰਦੀਆਂ ਅਸੀਂ ਕਾਬਜ਼ ਹੋ ਚੁੱਕੀਆਂ ਆ। ਇਸ ਦੇ ਨਾਲ ਹੀ ਯੂਕਰੇਨੀ ਫੌਜ ਨੇ ਗੁਆਂਢੀ ਮੁਲਕ ਬੈਲਾਰੂਸ ਦੇ ਉੱਤੇ ਵੀ ਦੋਸ਼ ਲਾਏ ਆ ਕਿ ਉਹ ਆਪਣੀਆਂ ਫੌਜਾਂ ਰੂਸ ਦੀ ਮਦਦ ਦੇ ਵਾਸਤੇ ਯੂਕਰੇਨ ਵਿੱਚ ਭੇਜ ਰਹੇ ਆ। ਪਰ ਬੈਲਾਰੂਸ ਦੇ ਜਿਹੜੇ ਆਗੂ ਆ ਉਹ ਕਹਿੰਦੇ ਵੀ ਨਹੀਂ, ਅਜਿਹਾ ਨਹੀਂ, ਅਸੀਂ ਰੂਸ ਦੇ ਸਾਥੀ ਆ, ਉਹਦੇ ਨਾਲ ਫੌਜੀ ਸਾਥ ਦੇਣ ਵਾਸਤੇ ਵੀ ਤਿਆਰ ਆ। ਪਰ ਹਾਲ ਦੀ ਘੜੀ ਸੀ ਯੂਕਰੇਨ ਦੇ ਵਿੱਚ ਆਪਣੀਆਂ ਫੌਜਾਂ ਨਹੀਂ ਭੇਜੀਆਂ ਜੀ। ਇਹ ਕੀਵ ਅਤੇ ਇਸਦੇ ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਗਹਿ ਗੱਚ ਲੜਾਈ ਜਿਹੜੀ ਚੱਲ ਰਹੀ ਆ, ਅਤੇ ਕੀਵ ਤੋਂ ਜਿਹੜੀਆਂ ਤਸਵੀਰਾਂ, ਵੀਡੀਓਜ਼ ਬਾਹਰ ਆ ਰਹੀਆਂ, ਬੜੀਆਂ ਦਰਦਨਾਕ ਦ੍ਰਿਸ਼ ਪੇਸ਼ ਕਰ ਰਹੀਆਂ। ਗਲੀਆਂ ਵਿੱਚ ਸਨਾਟਾ ਛਾਇਆ ਹੋਇਆ, ਲੋਕ ਜਿਹੜੇ ਆਪਣੇ ਘਰਾਂ 'ਚ ਬੰਕਰਾਂ ਦੇ ਵਿੱਚ ਲੁੱਕ ਕੇ ਬੈਠੇ ਆ, ਡਰਦੇ ਮਾਰੇ ਕਿ ਪਤਾ ਨਹੀਂ ਕਿੱਧਰੋਂ ਬੰਬ, ਗੋਲੀ, ਕੋਈ ਮਿਜ਼ਾਈਲ ਜਿਹੜੀ ਆ ਉਹ ਆ ਜਾਣੀ ਆ ਜੀ। ਅਤੇ ਇਸ ਦੇ ਨਾਲ ਹੀ ਜਿਹੜੀ ਗੱਲ ਹੋਰ ਆ ਰਹੀ ਆ ਭਾਰਤੀ ਵਿਦਿਆਰਥੀਆਂ ਸੰਬੰਧੀ, ਭਾਰਤ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਵੱਡੀ ਗਿਣਤੀ ਵਿੱਚ ਫਸੇ ਹੋਏ ਜਿਹੜੇ ਵਿਦਿਆਰਥੀ ਆ ਜਾਂ ਹੋਰ ਭਾਰਤੀ ਮੂਲ ਦੇ ਲੋਕ ਉੱਥੇ ਰਹਿਣ ਵਾਲੇ, ਉਹਨਾਂ ਨੂੰ ਕੱਢ ਲਿਆ ਜਾਵੇ। ਕੁਛ ਹੱਦ ਤੱਕ ਜਿਹੜੇ ਕਾਮਯਾਬੀ ਵੀ ਮਿਲ ਰਹੀ ਆ, ਪਰ ਜਿਹੜੇ ਵਿਦਿਆਰਥੀ ਆ ਪੂਰੇ ਯੂਕਰੇਨ ਦੇ ਵਿੱਚ ਫੈਲੇ ਹੋਏ ਹੋ ਸੀ, ਅੱਡ ਅੱਡ ਸ਼ਹਿਰਾਂ ਦੇ ਵਿੱਚ ਆ, ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅੱਡ ਅੱਡ ਸ਼ਹਿਰਾਂ 'ਚ ਕੰਮ ਕਰਦੇ ਸੀਗੇ। ਸੋ ਉਹਨਾਂ ਨੂੰ ਕੱਢਣਾ ਜਿਹੜਾ ਆ ਕੋਈ ਇੰਨਾ ਸੌਖਾ ਕਾਰਜ ਨਹੀਂ ਦਿਸ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ 2 ਵਾਰ ਗੱਲਬਾਤ ਕੀਤੀ ਜਾ ਚੁੱਕੀ ਆ ਵੀ ਕਿਸੇ ਤਰੀਕੇ ਸਾਡੀ ਮਦਦ ਕੀਤੀ ਜਾਵੇ। ਹੁਣ ਇਹ ਗੱਲ ਸਾਹਮਣੇ ਆਈ ਆ ਕਿ ਰੂਸ ਦੀ ਜਿਹੜੀ ਫੌਜ ਆ, ਰੂਸ ਦੇ ਜਿਹੜੇ ਸ਼ਾਸਕ ਆ, ਇਸ ਗੱਲ 'ਤੇ ਸਹਿਮਤ ਹੋ ਗਏ ਆ ਕਿ ਇੱਕ ਗਲਿਆਰਾ ਬਣਾ ਕੇ ਇੱਕ ਸੁਰੱਖਿਅਤ ਲਾਂਘਾ ਜਿਹੜਾ ਆ ਭਾਰਤੀ ਲੋਕਾਂ ਨੂੰ ਦਿੱਤਾ ਜਾ ਸਕਦਾ ਆ ਜੇ ਯੂਕਰੇਨ ਸਹਿਮਤ ਹੋ ਜਾਵੇ। ਹੁਣ ਰੂਸੀ ਫੌਜ, ਰੂਸ ਦੇ ਸ਼ਾਸਕ ਇਹ ਦੋਸ਼ ਲਾ ਰਹੇ ਆ ਕਿ ਅਸੀਂ ਤਾਂ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਦੇ ਵਾਸਤੇ ਰਾਜੀ ਹਾਂ, ਪਰ ਜਿਹੜੀ ਯੂਕਰੇਨ ਦੇ ਫੌਜ ਆ ਉਹਨਾਂ ਨੇ ਉਹਨਾਂ ਨੂੰ ਬੰਧਕ ਬਣਾਇਆ ਹੋਇਆ ਆ, ਅਤੇ ਹਿਊਮਨ ਸ਼ੀਲਡ, ਮਨੁੱਖੀ ਢਾਲ ਵਜੋਂ ਵਰਤ ਕੇ ਉਹਨਾਂ ਨੂੰ ਰੂਸੀ ਫੌਜਾਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਆ, ਜਿਸ ਕਾਰਨ ਉਹਨਾਂ ਦੀਆਂ ਜਾਨਾਂ ਵੀ ਜਾ ਸਕਦੀਆਂ। ਹੁਣ ਰੂਸ ਦੇ ਜਿਹੜੇ ਦੋਸ਼ ਆ, ਕਿੰਨਾ ਕੁ ਸੱਚ ਆ, ਕਿੰਨਾ ਕੁ ਪ੍ਰਾਪੇਗੰਡਾ ਆ, ਇਹਦੇ ਬਾਰੇ ਪੁਸ਼ਟੀ ਕਰਨੀ ਬੜੀ ਬਹੁਤ ਔਖੀ ਆ, ਕਿਉਂਕਿ ਇਹ ਜਿਹੜੀ ਜੰਗ ਆ ਸਿਰਫ ਗੋਲੀਆਂ ਦੇ ਨਾਲ ਨਹੀਂ ਲੜੀ ਜਾ ਰਹੀ, ਬਰਤਾਂਤ ਸਿਰਜੇ ਜਾ ਰਹੇ ਆ। ਹਰੇਕ ਜੰਗ ਦੇ ਵਿੱਚ ਝੂਠੇ ਬਰਤਾਂਤ, ਝੂਠ ਜਿਹੜਾ ਆ ਬਹੁਤ ਪ੍ਰਚਾਰਿਆ ਜਾ ਰਿਹਾ, ਅਫਵਾਹਾਂ ਬਹੁਤ ਫੈਲਾਈਆਂ ਜਾਂਦੀਆਂ। ਸੋ ਇਹਦੇ ਵਿੱਚ ਕੌਣ ਸੱਚਾ ਆ, ਕੌਣ ਝੂਠਾ ਆ, ਕਹਿਣਾ ਬੜਾ ਔਖਾ ਆ। ਕਈ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਆ ਉੱਥੋਂ ਆ ਰਹੀਆਂ। ਇੱਕ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਜਿਹੜੀ ਦੇਖ ਰਹੇ ਸੀਗੇ, ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤੀ ਵਿਦਿਆਰਥੀ ਜਿਹੜੇ ਸੀਗੇ ਉਹਨਾਂ ਨੂੰ ਲੰਘ ਲੈਣ ਦਿੱਤਾ ਗਿਆ, ਜਦੋਂ ਕਿ 3 ਵਿਦਿਆਰਥਣਾਂ ਫੌਜ ਵੱਲੋਂ ਰੋਕ ਲਈਆਂ ਗਈਆਂ। ਸੋ ਇਹੋ ਜਿਹਾ ਬਹੁਤ ਕੁਛ ਦੇਖਣ ਸੁਣਨ ਨੂੰ ਸਾਹਮਣੇ ਆ ਰਿਹਾ ਆ। ਜੇ ਗੱਲ ਕਰੀਏ ਦੁਨੀਆ ਦੀ, ਦੁਨੀਆ ਦੇ ਮੁਲਕਾਂ ਦੀ, ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਆ ਜਸਟਿਨ ਟਰੂਡੋ, ਉਹ ਇਹੀ ਕਹਿ ਰਹੇ ਆ ਕਿ ਆਰਥਿਕ ਪਾਬੰਦੀਆਂ ਜਿਹੜੀਆਂ ਵਧਾਈਆਂ ਜਾਣਗੀਆਂ, ਯੂਕਰੇਨ ਨੂੰ ਰਾਹਤ ਕਾਰਜ ਵਾਸਤੇ ਜਿਹੜੀ ਸਮੱਗਰੀ ਆ ਉਹ ਵੀ ਦਿੱਤੀ ਜਾਊਗੀ, ਜਿੰਨਾ ਕੁ ਅਸਲਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ ਉਹ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਿਹੜੇ ਆ ਜੀ, ਉਹ ਕਹਿੰਦੇ ਮੇਰੀ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਗੱਲ ਹੋਈ ਆ, ਅਤੇ ਅਸੀਂ ਕਿਹਾ ਕਿ ਜਿਹੜੀਆਂ ਆਰਥਿਕ ਪਾਬੰਦੀਆਂ ਆ ਰੂਸ ਦੇ ਉੱਤੇ ਲੱਗਣੀਆਂ, ਇਹੀ ਇੱਕ ਤਾਜ਼ਾ ਹਥਿਆਰ ਆ ਜਿਹਦੇ ਨਾਲ ਰੂਸ ਨੂੰ ਰੋਕਿਆ ਜਾ ਸਕਦਾ ਆ।
ਦੂਜੀ ਦੁਨੀਆ ਦੇ ਨਾਲ ਉਹਨੂੰ ਤੋੜਿਆ ਜਾ ਸਕਦਾ ਆ, ਉਹਨੂੰ ਝੁਕਾਇਆ ਜਾ ਸਕਦਾ ਆ। ਪੋਲੈਂਡ ਜਿਹੜਾ ਕਿ ਯੂਕਰੇਨ ਦਾ ਗੁਆਂਢੀ ਮੁਲਕ ਆ, ਉਹਨਾਂ ਦਾ ਇਹ ਕਹਿਣਾ ਆ ਕਿ ਅਸੀਂ ਯੂਕਰੇਨ ਦੀ ਮਦਦ ਦੇ ਵਾਸਤੇ ਰਾਹਤ ਜਿਹੜੀ ਭੇਜ ਸਕਦੇ ਹਾਂ, ਉਹਨਾਂ ਦੇ ਸ਼ਰਨਾਰਥੀਆਂ ਨੂੰ ਇੱਥੇ ਰੱਖ ਸਕਦੇ ਹਾਂ, ਪਰ ਅਸੀਂ ਆਪਣੇ ਜਹਾਜ਼ ਜਿਹੜੇ ਆ ਹਮਲੇ ਦੇ ਵਾਸਤੇ ਯੂਕਰੇਨੀ ਅਸਮਾਨ ਦੇ ਵਿੱਚ ਨਹੀਂ ਉਡਾ ਸਕਦੇ। ਚੀਨ ਜਿਹੜਾ ਕਿ ਰੂਸ ਦੇ ਹੱਕ ਦੇ ਵਿੱਚ ਖੜਾ ਦਿਸ ਰਿਹਾ ਆ। ਚੀਨ ਇੱਕ ਅਜਿਹਾ ਮੁਲਕ ਹੈ ਜਿਹੜਾ ਕਿ ਰੂਸ ਤੋਂ ਸਭ ਤੋਂ ਵੱਧ ਗੈਸ ਅਤੇ ਜਿਹੜਾ ਤੇਲ ਹੈਗਾ, ਕੱਚਾ ਤੇਲ, ਉਹ ਖਰੀਦਦਾ ਆ। ਸੋ ਅੰਦਰੋਂ ਗਤੀ ਪੈਸੇ ਧੇਲੇ ਵੱਲੋਂ ਵੀ ਕਾਫੀ ਮਦਦ ਜਿਹੜੀ ਆ ਚੀਨ ਵੱਲੋਂ ਕੀਤੀ ਜਾ ਰਹੀ ਆ। ਸੋ ਚੀਨ ਨੇ ਅੱਜ ਖੁੱਲ੍ਹ ਕੇ ਪੱਛਮੀ ਮੁਲਕਾਂ ਦੀ ਆਲੋਚਨਾ ਕੀਤੀ ਆ। ਉਹ ਕਹਿੰਦੇ ਵੀ ਰੂਸ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਉਹ ਸਰਾਸਰ ਗਲਤ ਆ। ਇਹ ਪਾਬੰਦੀਆਂ ਉਹ ਕਹਿੰਦੇ ਗੈਰ ਕਾਨੂੰਨੀ ਆ, ਇਹਦੇ ਨਾਲ ਵਿਸ਼ਵ ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਣਾ ਆ, ਅਤੇ ਇਸ ਦੇ ਨਾਲ ਰੂਸ ਦੇ ਉੱਤੇ ਜਿਹੜਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹਦਾ ਅਸਰ ਗਲਤ ਵੀ ਜਿਹੜਾ ਆ ਉਹ ਨਿਕਲ ਸਕਦਾ ਆ। ਚੀਨ ਕਹਿੰਦੇ ਅਸੀਂ ਪਾਬੰਦੀਆਂ ਲਾਉਣ ਦੇ ਹੱਕ ਵਿੱਚ ਨਹੀਂ ਹੈਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਇੱਕ ਕੱਲ੍ਹ ਆਪਣੇ ਸਟੇਟ ਆਫ ਯੂਨੀਅਨ ਸੰਬੋਧਨ ਵਿੱਚ ਵੀ ਇਹੀ ਗੱਲ ਦੁਹਰਾਈ ਆ ਕਿ ਆਰਥਿਕ ਪਾਬੰਦੀਆਂ ਅਜਿਹਾ ਰਾਹ ਆ ਜਿਹਦੇ ਨਾਲ ਰੂਸ ਦੇ ਖੰਭ ਕੁਤਰੇ ਜਾ ਸਕਦੇ ਆ, ਉਹਨੂੰ ਗੋਡਿਆਂ ਪਰਨੇ ਕਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ। ਉਹ ਕਹਿੰਦੇ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਭੜਕਾਊ ਕਾਰਵਾਈ ਕੀਤੀ ਆ, ਹਮਲਾ ਕੀਤਾ ਆ, ਜਿਹਦੀ ਜਿਹੜੀ ਬਣਦੀ ਸਜ਼ਾ ਉਹਨੂੰ ਹਰ ਹਾਲ ਵਿੱਚ ਭੁਗਤਣੀ ਪੈਣੀ ਆ। ਉਹ ਕਹਿੰਦੇ ਵੀ ਰੂਸ ਨੂੰ ਇਹ ਕਦੀ ਵੀ ਨਹੀਂ ਸਮਝਣਾ ਚਾਹੀਦਾ ਕਿ ਜਿਹੜੇ ਨੈਟੋ ਮੁਲਕ ਆ ਜਾਂ ਅਮਰੀਕਾ ਆ ਕਮਜ਼ੋਰ ਆ ਅਤੇ ਉਸ ਦੀ ਇਸ ਭੜਕਾਊ ਕਾਰਵਾਈ ਦੇ ਵਿਰੁੱਧ ਚੁੱਪ ਕਰਕੇ ਬੈਠਾ ਰਹੂਗਾ। ਉਹ ਕਹਿੰਦੇ ਵੀ ਤਾਜ਼ਾ ਹਾਲਾਤ ਦੇ ਵਿੱਚ ਜਿਹੜੀਆਂ ਪਾਬੰਦੀਆਂ ਆ ਉਹੀ ਸਭ ਤੋਂ ਕਾਰਗਰ ਹਥਿਆਰ ਆ, ਸਭ ਤੋਂ ਉੱਤਮ ਹਥਿਆਰ ਆ, ਜਿਹਦੇ ਨਾਲ ਰੂਸ ਨੂੰ ਕਾਬੂ ਕੀਤਾ ਜਾ ਸਕਦਾ ਆ, ਦੁਨੀਆ ਦੇ ਨਾਲ ਉਹਦਾ ਨਾਤਾ ਤੋੜਿਆ ਜਾ ਸਕਦਾ ਆ। ਮੁਲਕ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਸਕਦਾ ਕਿ ਜੇ ਉਹਨਾਂ ਨੇ ਆਪਣਾ ਰਾਸ਼ਟਰਪਤੀ ਇਹੀ ਰੱਖਿਆ ਤਾਂ ਉਹ ਆਰਥਿਕ ਤੌਰ ਦੇ ਉੱਤੇ ਤਬਾਹ ਹੋ ਜਾਣਗੇ। ਇਸ ਕਰਕੇ ਉਹਨਾਂ ਨੂੰ ਬਦਲਣ ਦੀ ਜਿਹੜੀ ਆ ਲੋੜ ਆ। ਅਤੇ ਅਮਰੀਕਾ ਦਾ ਇਹੀ ਕਹਿਣਾ ਹੈ ਕਿ ਪੁਤਿਨ ਗਲਤ ਸੀਗਾ, ਉਹਨੇ ਗਲਤੀ ਕੀਤੀ ਆ ਅਤੇ ਇਸ ਗਲਤੀ ਦਾ ਖਮਿਆਜ਼ਾ ਜਿਹੜਾ ਉਹਨੂੰ ਹਰ ਹਾਲ ਭੁਗਤਣਾ ਪੈਣਾ ਆ ਜੀ। ਦੂਜੇ ਪਾਸੇ ਰਸ਼ੀਆ ਦੇ ਜਿਹੜੇ ਫੋਰਨ ਮਿਨਿਸਟਰ ਨੇ ਸਰਗੇਈ ਲਾਵਰੋਵ, ਉਹਨਾਂ ਨੇ ਇੱਕ ਵਾਰੀ ਫਿਰ ਪਰਮਾਣੂ ਹਥਿਆਰ ਚਲਾਉਣ ਦੀ ਧਮਕੀ ਦਿੱਤੀ ਆ। ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਰੂਸ ਦੇ ਉੱਤੇ ਦਬਾਅ ਵਧਾਇਆ ਜਾ ਰਿਹਾ ਆ ਅਤੇ ਜੇ ਰੂਸੀ ਫੌਜਾਂ ਦੇ ਉੱਤੇ ਕਿਸੇ ਹੋਰ ਮੁਲਕ ਵੱਲੋਂ ਹਮਲਾ ਕੀਤਾ ਗਿਆ ਤਾਂ ਇਹਨੂੰ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਸਮਝਿਆ ਜਾਊਗਾ ਅਤੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਪਰਮਾਣੂ ਹਥਿਆਰ ਚਲਾਉਣ ਲੱਗਿਆਂ ਰੂਸ ਬਿਲਕੁਲ ਵੀ ਢਿੱਲ ਨਹੀਂ ਕਰੂਗਾ ਅਤੇ ਇਹ ਲੜਾਈ ਜਿਹੜੀ ਆ ਬੜੀ ਤਬਾਹਕੁਨ ਸਾਬਤ ਹੋਊਗੀ। ਸੋ ਜਿਹੜੀ ਲੜਾਈ ਹੁੰਦੀ ਆ, ਯੁੱਧ ਹੁੰਦਾ, ਇਹਦੇ ਵਿੱਚ ਅਫਵਾਹਾਂ, ਜਿਵੇਂ ਮੈਂ ਕਿਹਾ, ਝੂਠੀ ਜਾਣਕਾਰੀ ਦੇ ਨਾਲ ਨਾਲ ਧਮਕੀਆਂ ਦਾ ਬੜਾ ਵੱਡਾ ਕੰਮ ਹੁੰਦਾ। ਇਹ ਧਮਕੀ ਕਿੰਨੀ ਕੁ ਸੱਚ ਨਿਕਲਦੀ ਹੈ ਜਾਂ ਨਹੀਂ, ਇਹਦਾ ਯਾਰ ਇਹ ਕੁਛ ਨਹੀਂ ਕਹਿ ਸਕਦੇ, ਪਰ ਰੂਸ ਲਗਾਤਾਰ ਇਹ ਧਮਕੀਆਂ ਦਿੰਦਾ ਆ ਰਿਹਾ ਕਿ ਜੇ ਬਾਹਰਲੇ ਮੁਲਕਾਂ ਨੇ ਯੂਕਰੇਨ ਦੀ ਮਦਦ ਦੇ ਵਿੱਚ ਸੈਨਾਵਾਂ ਭੇਜੀਆਂ ਜਾਂ ਅਟੈਕ ਕੀਤਾ ਤਾਂ ਫਿਰ ਇਹ ਲੜਾਈ ਜਿਹੜੀ ਆ ਤੀਜੇ ਵਿਸ਼ਵ ਯੁੱਧ ਵਿੱਚ ਦਾਖਲ ਹੋ ਜਾਣੀ ਆ ਅਤੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਫਿਰ ਰੂਸ ਆਪਣੇ ਬਚਾਅ ਦੇ ਵਾਸਤੇ ਪਰਮਾਣੂ ਹਥਿਆਰ ਚਲਾਉਣ ਤੋਂ ਢਿੱਲ ਨਹੀਂ ਕਰੂਗਾ। ਉਹ ਪਰਮਾਣੂ ਹਥਿਆਰ ਜਿਨ੍ਹਾਂ ਦਾ ਕਿ ਜ਼ਖੀਰਾ ਰੂਸ ਦੇ ਕੋਲ ਸਭ ਤੋਂ ਵੱਧ ਹੈਗਾ ਜੀ। ਇਸ ਦੇ ਨਾਲ ਜਿਹੜੇ ਰਾਸ਼ਟਰਪਤੀ ਨੇ ਯੂਕਰੇਨ ਦੇ ਵਲਾਦੀਮੀਰ ਜ਼ੈਲੈਂਸਕੀ, ਉਹਨਾਂ ਨੇ ਅੱਜ ਇੱਕ ਵਾਰ ਫਿਰ ਪੱਛਮ ਨੂੰ ਮਿਹਣਾ ਮਾਰਿਆ। ਰੋਜ਼ ਹੀ ਉਹ ਆਪਣਾ ਕੋਈ ਨਾ ਕੋਈ ਟਵੀਟ ਕਰਦੇ ਆ, ਬਿਆਨ ਦਿੰਦੇ ਆ, ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਪੱਛਮੀ ਮੁਲਕ ਸਾਡਾ ਸਾਥ ਦੇਣ। ਹੁਣ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਵੀ 80 ਸਾਲ ਤੋਂ ਇਹ ਗੱਲਾਂ ਸੁਣਦੇ ਆ ਰਹੇ ਆ ਵੀ ਇਹ ਦੁਬਾਰਾ ਨਹੀਂ ਹੋਊਗਾ। ਸੋ ਹਵਾਲਾ ਦੇ ਰਹੇ ਸੀਗੇ ਪਹਿਲੀਆਂ ਵਿਸ਼ਵ ਜੰਗਾਂ ਦਾ, ਜਦੋਂ ਯੂਰਪ ਦੇ ਇਸ ਖਿੱਤੇ ਦੇ ਵਿੱਚ ਯੂਕਰੇਨ ਦੇ ਵਿੱਚ ਨਾਜ਼ੀ ਫੋਰਸਿਸ ਜਿਹੜੀਆਂ ਆ ਬੰਬ ਸਿੱਟ ਰਹੀਆਂ ਸੀਗੀਆਂ, ਹਿਟਲਰ ਅਤੇ ਉਹਦੇ ਸਾਥੀ, ਅਤੇ ਉਦੋਂ ਵੀ ਉਸ ਤੋਂ ਬਾਅਦ ਪੱਛਮੀ ਮੁਲਕ ਨੈਟੋ ਇਹ ਕਹਿੰਦੇ ਸੀਗੇ ਵੀ ਜੋ 80 ਸਾਲ ਪਹਿਲਾਂ ਹੋਇਆ ਮੁੜ ਕੇ ਹੁਣ ਦੁਬਾਰਾ ਕਦੀ ਯੂਰਪ 'ਚ ਨਹੀਂ ਹੋਊਗਾ, ਵੀ ਇਹੋ ਜਿਹਾ ਪ੍ਰਬੰਧ ਕਰ ਦਿੱਤਾ ਗਿਆ ਆ ਕਿ ਇੱਥੇ ਸਾਰੀਆਂ ਤਾਕਤਾਂ ਇਕਮੁੱਠ ਹੋ ਗਈਆਂ ਆ ਅਤੇ ਸ਼ਾਂਤੀ ਬਣੀ ਰਹੂਗੀ। ਉਹ ਕਹਿੰਦੇ ਅੱਜ ਫਿਰ ਯੂਕਰੇਨ ਦੀ ਧਰਤੀ ਦੇ ਉੱਤੇ ਬੰਬ ਸਿੱਟੇ ਜਾ ਰਹੇ ਆ, ਸਾਡੇ ਧਾਰਮਿਕ ਸਥਾਨ, ਸਾਡੇ ਸਕੂਲ, ਸਾਡੇ ਹਸਪਤਾਲ ਰੂਸੀ ਬੰਬਾਂ ਮਿਜ਼ਾਈਲਾਂ ਦੀ ਮਾਰ ਹੇਠ ਆ, ਅਤੇ ਤੁਸੀਂ ਕਿੱਥੇ ਆ ਕਹਿੰਦੇ ਜਿਹੜੇ ਕਹਿੰਦੇ ਸੀਗੇ ਵੀ ਇਹ ਦੁਬਾਰਾ ਨਹੀਂ ਹੋਣਾ। ਸੋ ਵਾਰ-ਵਾਰ ਚੁਣੌਤੀਆਂ ਜਿਹੜੀਆਂ ਪੱਛਮੀ ਮੁਲਕਾਂ ਨੂੰ ਦੇ ਰਹੇ ਆ, ਪਰ ਪੱਛਮੀ ਮੁਲਕ ਜਿਵੇਂ ਮੈਂ ਉੱਪਰ ਦੱਸ ਕੇ ਆਇਆ, ਕੋਈ ਵੀ ਉਹਦੇ ਖੁੱਲ੍ਹ ਕੇ ਜਾਣ ਵਾਸਤੇ ਤਿਆਰ ਨਹੀਂ। ਉਹ ਚਾਹੁੰਦੇ ਆ ਕਿ ਜਿਹੜੀ ਲੜਾਈ ਆ, ਜੇ ਅਸੀਂ ਕਿਤੇ ਵਾਕਈ ਸਿੱਧਾ ਹੋ ਗਏ ਵੀ ਤੀਜੀ ਵਿਸ਼ਵ ਜੰਗ ਦੇ ਵਿੱਚ ਨਾ ਬਦਲ ਜਾਵੇ, ਇਸ ਕਰਕੇ ਆਰਥਿਕ ਪਾਬੰਦੀਆਂ ਅਤੇ ਹੋਰ ਪਾਬੰਦੀਆਂ ਰਾਹੀਂ ਹੀ ਰੂਸ ਨੂੰ ਕਾਬੂ ਕੀਤਾ ਜਾਵੇ ਤਾਂ ਚੰਗੀ ਗੱਲ ਆ। ਸੋ ਆਲਰੇਡੀ 7ਵੇਂ ਦਿਨ 'ਚ ਲੜਾਈ ਜਿਹੜੀ ਆ ਉਹ ਜਾ ਚੁੱਕੀ ਆ। ਇਸੇ ਦੌਰਾਨ ਰੂਸ ਦੇ ਵਿੱਚ ਜਿਹੜਾ ਆ ਕਾਫੀ ਹਾਹਾਕਾਰ ਮੱਚੀ ਹੋਈ ਆ, ਸਿਆਸੀ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ, ਆਰਥਿਕ ਤੌਰ ਦੇ ਉੱਤੇ ਵੀ। ਮਹਿੰਗਾਈ ਜਿਹੜੀ ਆ ਬਹੁਤ ਵੱਧ ਗਈ ਆ, ਪਰ ਇਹਦਾ ਅਸਰ ਯੂਰਪ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਅੱਜ ਯੂਰਪ ਦੇ ਵਿੱਚ ਜਿਹੜੀ ਨੈਚੁਰਲ ਗੈਸ ਹੈ ਉਹਦੀ ਕੀਮਤ 60% ਦੀ ਜਿਹੜੀ ਵਧਾ ਦਿੱਤੀ ਗਈ ਆ। ਉਹਦਾ ਕਾਰਨ ਇਹੀ ਹੈ ਕਿ ਯੂਕਰੇਨ ਅਤੇ ਰੂਸ ਤੋਂ ਵੱਡੀ ਪੱਧਰ ਦੇ ਉੱਤੇ ਗੈਸ ਜਾਂਦੀ ਆ। ਗਰੋਸਰੀ ਦੀਆਂ ਕੀਮਤਾਂ ਜਿਹੜੀਆਂ ਆ ਉਹ ਵੀ
ਵਧੀਆਂ ਹੈਗੀਆਂ ਜੀ। ਹੁਣ ਯੂਕਰੇਨ ਨੇ ਜਿਹੜੀ ਇੰਟਰਨੈਸ਼ਨਲ ਅਟੋਮਿਕ ਐਨਰਜੀ ਏਜੰਸੀ ਆ ਉਹਨੂੰ ਅਪੀਲ ਕੀਤੀ ਆ ਕਿ ਸਾਡੇ ਪਰਮਾਣੂ ਪਲਾਂਟਾਂ ਦੀ ਦੇਖ ਰੇਖ ਕੀਤੀ ਜਾਵੇ, ਕਿਉਂਕਿ ਸਾਨੂੰ ਖਦਸ਼ਾ ਆ ਕਿ ਰੂਸ ਜਿਹੜਾ ਇਹਨਾਂ ਨੂੰ ਆਪਣੇ ਕਾਬੂ ਹੇਠ ਲੈ ਸਕਦਾ ਆ। ਆਲਰੇਡੀ ਜਿਹੜਾ ਰੂਸ ਆ ਉਹ ਚਰਨੋਬਲ ਪਰਮਾਣੂ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਚੁੱਕਾ ਆ। ਜਰਮਨ ਦੇ ਸਿਆਸਤਦਾਨ ਇਹਨਾਂ ਸਾਰਿਆਂ ਨਾਲੋਂ ਥੋੜ੍ਹੀ ਜਿਹੀ ਵੱਖਰੀ ਸੁਰ ਰੱਖ ਰਹੇ ਆ। ਉਹ ਕਹਿੰਦੇ ਜਿਵੇਂ ਬਾਹਰਲੇ ਮੁਲਕ ਸਾਰੇ ਕਹਿੰਦੇ ਆ, ਪੱਛਮੀ ਮੁਲਕ, ਅਸੀਂ ਉਹਨਾਂ ਦੇ ਨਾਲ ਖੜੇ ਆ। ਅਸੀਂ ਆਪਣੀ ਪਾਈਪਲਾਈਨ ਦਾ ਪ੍ਰੋਜੈਕਟ ਜਿਹੜਾ ਸਾਡੇ ਲਈ ਬਹੁਤ ਪਿਆਰਾ ਸੀਗਾ ਉਹ ਵੀ ਅਸੀਂ ਰਾਈਟ ਵੇ ਕੈਂਸਲ ਕੀਤਾ, ਪਰ ਸੰਸਾਰ ਨੂੰ ਇਹ ਸਮਝਣ ਦੀ ਲੋੜ ਆ ਕਿ ਯੂਕਰੇਨ ਨੂੰ ਇਸ ਲੜਾਈ ਦੇ ਵਿੱਚ ਨਹੀਂ ਕੁੱਦਣਾ ਚਾਹੀਦਾ ਸੀ। ਉਹ ਇਹ ਕਹਿ ਰਹੇ ਆ ਕਿ ਅਸੀਂ 2014 ਤੋਂ ਇਹ ਵਾਰਨ ਕਰਦੇ ਆ ਰਹੇ ਹਾਂ, ਚੇਤਾਵਨੀਆਂ ਦਿੰਦੇ ਆ ਰਹੇ ਹਾਂ ਕਿ ਯੂਕਰੇਨ ਨੂੰ ਪੱਛਮ ਅਤੇ ਰੂਸ ਦੇ ਵਿਚਾਲੇ ਇੱਕ ਬਫਰ ਸਟੇਟ ਬਣ ਕੇ ਰਹਿਣ ਦੀ ਲੋੜ ਸੀ। ਉਹ ਦੋਵੇਂ ਪਾਸਿਓਂ ਖਾ ਸਕਦਾ ਸੀ, ਰੂਸ ਦੇ ਨਾਲ ਵੀ ਤੇ ਰੱਖ ਸਕਦਾ ਸੀਗਾ ਅਤੇ ਇੱਧਰੋਂ ਪੱਛਮ ਦੇ ਨਾਲ ਵੀ ਰੱਖ ਸਕਦਾ ਸੀ। ਦੋਹਾਂ ਨਾਲ ਬਣਾ ਕੇ ਰੱਖਦਾ, ਆਪਣੀ ਜਿਹੜੀ ਡਿਵੈਲਪਮੈਂਟ ਕਰ ਸਕਦਾ ਸੀਗਾ। ਇੱਕ ਧੜੇ ਦੇ ਵਿੱਚ ਜਾਣ ਦੇ ਨਾਲ ਇਹ ਲੜਾਈ ਜਿਹੜੀ ਆ ਵੱਧ ਗਈ ਆ ਅਤੇ ਰੂਸ ਰਾਸ਼ਟਰਪਤੀ ਪੁਤਿਨ ਕਹਿੰਦੇ ਵੀ ਹੁਣ ਜਦੋਂ ਅਮਰੀਕਾ ਨੇ ਮਿਜ਼ਾਈਲਾਂ ਲਿਆ ਕੇ ਸਾਡੇ ਬਰਾਂਡੇ 'ਚ ਖੜੀਆਂ ਕਰ ਦਿੱਤੀਆਂ ਹੋਣ ਤਾਂ ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ। ਸੋ ਜਰਮਨੀ ਦੇ ਸਿਆਸਤਦਾਨ, ਉਹਨਾਂ ਦੇ ਜਿਹੜੇ ਵਿਜ਼ਨਰੀ ਆਗੂ ਆ, ਉਹ ਕਹਿੰਦੇ ਵੀ ਯੂਕਰੇਨ ਨੂੰ ਵਿਚਾਲੇ ਰਹਿਣਾ ਚਾਹੀਦਾ ਸੀਗਾ, ਇੱਕ ਪਾਸੇ ਨਹੀਂ ਹੋਣਾ ਚਾਹੀਦਾ ਸੀਗਾ। ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਬੈਂਕ ਆਫ ਕੈਨੇਡਾ ਦੀ। ਬੈਂਕ ਆਫ ਕੈਨੇਡਾ ਦੀ ਚਰਚਾ ਕਾਫੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਆ। ਪਿਛਲੇ 2 ਸਾਲ ਤੋਂ ਵਿਆਜ ਦਰਾਂ ਕੈਨੇਡਾ ਦੇ ਵਿੱਚ ਵਧਾਈਆਂ ਨਹੀਂ ਸੀ ਗਈਆਂ, ਰਿਕਾਰਡ ਪੱਧਰ ਨੀਵੀਆਂ ਰੱਖੀਆਂ ਗਈਆਂ ਸੀਗੀਆਂ। ਅੱਜ ਇੱਕ ਕੁਆਟਰ ਜਿਹੜਾ ਇੰਟਰਸਟ ਰੇਟ ਆ ਉਹ ਵਧਾਇਆ ਗਿਆ ਆ। ਹੁਣ ਜਦੋਂ ਇਹ ਖਬਰ ਦਿੱਤੀ ਗਈ ਹੈ ਤਾਂ ਖਬਰ ਇਸ ਤਰੀਕੇ ਮੁੱਖ ਧਾਰਾ ਦੇ ਮੀਡੀਆ ਵੱਲੋਂ ਪੇਸ਼ ਕੀਤੀ ਗਈ ਆ ਜਿਵੇਂ ਖਰੇ 0.5% ਵਧਾ ਦਿੱਤਾ ਹੋਵੇ। ਖਬਰ ਨੂੰ ਪੇਸ਼ ਕਰਨ ਦਾ ਢੰਗ ਇਹ ਸੀਗਾ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਜਿਹੜੀਆਂ ਵਧਾ ਕੇ ਇੰਟਰਸਟ ਰੇਟ ਜਿਹੜਾ ਆ ਉਹ 0.5% ਕਰ ਦਿੱਤਾ। ਸੋ ਉਹ ਪਹਿਲਾਂ 0 ਤੇ ਨਹੀਂ ਸੀਗਾ, ਪਹਿਲਾਂ ਵੀ ਉਹ 0.25% ਦੇ ਉੱਤੇ ਸੀਗਾ। ਸੋ ਜੇ ਹੁਣ ਉਹ 0.5% ਦੇ ਉੱਤੇ ਹੋ ਗਿਆ ਤਾਂ ਇੱਕ ਕੁਆਟਰ ਜਿਹੜਾ ਆ ਉਹ ਵਧਾਇਆ ਗਿਆ। ਇਹ ਗੱਲ ਧਿਆਨਯੋਗ ਆ। ਸੋ ਲਗਭਗ 2 ਸਾਲ ਬਾਅਦ ਇਹ ਵਾਧਾ ਕੀਤਾ ਗਿਆ। ਇਹਦਾ ਕਾਰਨ ਜਿਹੜਾ ਮੁੱਖ ਤੌਰ ਦੇ ਉੱਤੇ ਮਹਿੰਗਾਈ ਨੂੰ ਕਾਬੂ ਕਰਨਾ ਦੱਸਿਆ ਗਿਆ ਆ। ਸੋ ਇਹਨੂੰ ਤੁਸੀਂ ਇਤਫਾਕ ਕਹਿ ਲਓ, ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਇੰਟਰਸਟ ਰੇਟ ਜਿਹੜੇ ਆ ਵੱਧ ਜਾਣੇ ਆ। ਇਹੀ ਕਾਰਨ ਆ ਕਿ ਜਿਹੜਾ ਫਰੇਜ਼ਰ ਵੈਲੀ ਏਰੀਆ BC ਦਾ, ਜਿਹਦੇ ਵਿੱਚ ਸਰੀ ਵਗੈਰਾ, ਐਵਰਸਫੋਰਡ, ਲੈਂਗਲੀ, ਡੈਲਟਾ ਵਗੈਰਾ ਸ਼ਹਿਰ ਆਉਂਦੇ ਆ, ਇੱਥੇ ਨਵੀਆਂ ਲਿਸਟਿੰਗਸ ਜਿਹੜੀਆਂ ਘਰਾਂ ਦੀਆਂ ਬੜੀਆਂ ਮਾਰਕੀਟ ਵਿੱਚ ਆ ਗਈਆਂ। ਫਰਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਫਰਵਰੀ ਮਹੀਨੇ ਨਾਲੋਂ 75% ਵੱਧ ਲਿਸਟਿੰਗ ਜਿਹੜੀਆਂ ਆਈਆਂ। ਮਤਲਬ ਕਿ 75% ਘਰ ਜ਼ਿਆਦਾ ਵਿਕਣ ਦੇ ਵਾਸਤੇ ਮਾਰਕੀਟ ਵਿੱਚ ਆ ਗਏ ਆ। ਅਤੇ ਇਸ ਦੇ ਨਾਲ ਹੀ ਹੁਣ ਇਹਦਾ ਮਤਲਬ ਜਿਹੜਾ ਕੀ ਨਿਕਲਦਾ ਆ ਉਹ ਇਹ ਨਿਕਲਦਾ ਵੀ ਲੋਕ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਆ ਗਿਆ ਵੀ ਇੰਟਰਸਟ ਰੇਟ ਵੱਧ ਸਕਦੇ ਆ, ਵੀ ਇਹਦੇ ਕਰਕੇ ਉਹ ਜਿਹੜੀ ਚੀਜ਼ ਆਪਣੇ ਕੋਲ ਹੈਗੀ ਵਾਧੂ ਉਹ ਵੇਚ ਲਈਏ, ਪੈਸੇ ਵੱਟ ਲਈਏ। ਆਲਵੇਜ਼ ਇੱਦਾਂ ਹੀ ਹੁੰਦੀ ਆ ਕਿ ਜਦੋਂ ਜਿਹੜੀ ਭੀੜ ਆ ਉਹਨੂੰ ਇਹ ਲੱਗਦਾ ਕਿ ਹੁਣ ਮੌਕਾ ਆ, ਪੈਸੇ ਵੱਟ ਲਈਏ, ਉਦੋਂ ਫਿਰ ਇੱਕਦਮ ਹੀ ਮਾਰਕੀਟ ਦੇ ਵਿੱਚ ਲਿਸਟਿੰਗ ਜਿਹੜੀਆਂ ਵੱਧ ਜਾਂਦੀਆਂ। ਜਿਹੜੇ ਬਾਹਰ ਹੁੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ। ਸੋ ਇਹ ਹੁੰਦੀ ਤਾਂ ਚੰਗੀ ਗੱਲ ਆ ਬਾਹਰ ਵਾਸਤੇ ਕਿ ਪਹਿਲਾਂ ਉਹ ਲੜ ਰਹੇ ਹੁੰਦੇ ਇੱਕ ਘਰ ਨੂੰ ਲੈਣ ਵਾਸਤੇ 5-5 6-6 ਜਾਣੇ। ਫਿਰ ਮਾਰਕੀਟ ਦੇ ਜਦੋਂ ਜ਼ਿਆਦਾ ਘਰ ਆ ਜਾਂਦੇ ਚੋਇਸ ਹੋ ਜਾਂਦੀ ਆ, ਘਰ ਜਿਹੜਾ ਸਸਤਾ ਵੀ ਮਿਲ ਸਕਦਾ ਆ, ਆਪਣੀ ਪਸੰਦ ਦਾ ਵੀ ਮਿਲ ਸਕਦਾ, ਮੌਕੇ ਜ਼ਿਆਦਾ ਵੱਧ ਜਾਂਦੇ ਆ। ਪਰ ਹੁੰਦਾ ਕੀ ਆ ਕਿ ਜਿਹੜੇ ਬਾਇਰਸ ਹੁੰਦੇ, ਖਰੀਦਦਾਰ ਹੁੰਦੇ, ਉਹ ਵੀ ਡਰ ਜਾਂਦੇ ਆ ਵੀ ਪਤਾ ਨਹੀਂ ਮੋਹਰੇ ਮਾਰਕੀਟ ਕੀ ਹੋਣੀ ਆ। ਉਹ ਵੀ ਡਰ ਕੇ ਠੰਬਰ ਜਾਂਦੇ ਆ। ਸਿੱਟੇ ਵਿੱਚ ਮਾਰਕੀਟ ਦਾ ਕੁਝ ਸਲੋ ਹੋਣਾ ਜਿਹੜਾ ਤੈਅ ਆ। ਬਾਕੀ ਬਹੁਤ ਸਾਰੇ ਲੋਕ ਪੁੱਛ ਰਹੇ ਆ ਵੀ ਇਹਦਾ ਕੀ ਪ੍ਰਭਾਵ ਪਊਗਾ ਆਮ ਲੋਕਾਂ ਦੇ ਉੱਤੇ। ਸੋ ਮੈਂ ਦੱਸ ਦੇਵਾਂ ਕਿ ਕੈਨੇਡਾ ਸਰਕਾਰ ਨੇ ਪਹਿਲਾਂ ਸਟ੍ਰੈਸ ਟੈਸਟ ਜਿਹੜਾ ਮੋਰਗੇਜ ਦੇ ਉੱਤੇ ਲਾਇਆ ਹੋਇਆ। ਜਿੰਨਾ ਇੰਟਰਸਟ ਰੇਟ ਤੁਹਾਨੂੰ ਮਿਲ ਰਿਹਾ ਸੀ ਬੈਂਕ ਵੱਲੋਂ, ਉਹਦੇ ਤੋਂ 2% ਵਧਾ ਕੇ ਹੀ ਬੈਂਕਾਂ ਤੁਹਾਨੂੰ ਜਿਹੜੀਆਂ ਕੁਆਲੀਫਾਈ ਕਰ ਰਹੀਆਂ ਸੀਗੀਆਂ। ਸੋ ਵਿਆਜ ਦਰਾਂ 2 ਤਰ੍ਹਾਂ ਦੀਆਂ ਹੁੰਦੀਆਂ, ਇੱਕ ਫਿਕਸ ਵਿਆਜ ਦਰਾਂ ਹੁੰਦੀਆਂ, ਪੱਕੀਆਂ ਵਿਆਜ ਦਰਾਂ ਹੁੰਦੀਆਂ। ਜਿਨ੍ਹਾਂ ਨੇ ਤਾਂ ਉਹ ਕਰਾਈਆਂ ਆ ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਉਹਨਾਂ ਦੀ ਕਿਸ਼ਤ ਜਿਹੜੀ ਉਨੀ ਹੀ ਰਹਿਣੀ ਆ। ਇੱਕ ਜਿਹੜੀਆਂ ਹੁੰਦੀਆਂ ਵੇਰੀਏਬਲ, ਉਹਦੇ ਵਿੱਚ ਟਰਮ ਜਿਹੜੀ ਫਿਕਸ ਹੁੰਦੀ ਆ 3 ਜਾਂ 5 ਸਾਲ ਦੀ, ਇੰਟਰਸਟ ਰੇਟ ਖੁੱਲ੍ਹਾ ਹੁੰਦਾ। ਫਿਰ ਜਦੋਂ ਇਹ ਇੰਟਰਸਟ ਰੇਟ ਪ੍ਰਾਈਮ ਵਧਾਉਂਦੇ ਆ, ਕੀ ਇੰਟਰਸਟ ਵਧਾਉਂਦੇ ਆ, ਉਹ ਵਿਆਜ ਦਰਾਂ ਵੱਧਦੀਆਂ ਘਟਦੀਆਂ ਆ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਅਕਸਰ ਜਿਹੜੀ ਆ ਖੁੱਲ੍ਹੀ ਮੋਰਗੇਜ ਵੀ ਕਹਿ ਦਿੰਦੇ ਆ। ਹੁਣ ਜਿਹੜੀ ਖੁੱਲ੍ਹੀ ਮੋਰਗੇਜ ਜਿਹਨਾਂ ਨੇ ਲਈ ਹੋਈ ਆ ਉਹਨਾਂ ਦੀਆਂ ਵਿਆਜ ਦਰਾਂ ਜਿਹੜੀਆਂ ਵੱਧ ਗਈਆਂ ਆ, ਪਰ ਉਹਨੂੰ ਇੰਨਾ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜਦੋਂ ਉਹਨਾਂ ਦੀ ਕਿਸ਼ਤ ਵੱਜੀ ਆ, ਸੋ ਸਟ੍ਰੈਸ ਟੈਸਟ ਜਿਹੜਾ ਆ ਉਹ ਵਿੱਚ ਐਡ ਕੀਤਾ ਹੁਣ ਕਰਕੇ ਉਹਨਾਂ ਦੀ ਕਿਸ਼ਤ ਜਿਹੜੀ ਆ ਪਹਿਲਾਂ ਹੀ ਵੱਧ ਬਣਾਈ ਹੋਈ ਆ। ਤੁਸੀਂ ਜੇ ਆਪਣੀ ਸਟੇਟਮੈਂਟ ਜਿਹੜੀ ਆ ਬੈਂਕ ਦੀ ਨੋਟ ਕਰੋਗੇ, ਦੇਖੋਗੇ ਤਾਂ ਤੁਸੀਂ ਉਹ 'ਚ ਦੇਖੋਗੇ ਕਿ ਤੁਹਾਡਾ ਪ੍ਰਿੰਸੀਪਲ ਜਿਹੜਾ ਮੂਲ ਧਨ ਆ ਉਹ ਜ਼ਿਆਦਾ ਉਤਰ ਰਿਹਾ ਆ ਅਤੇ ਜਿਹੜਾ ਵਿਆਜ ਆ ਉਹ ਘੱਟ ਜਾ ਰਿਹਾ ਆ। ਹੋਣਾ ਕੀ ਹੈ ਵੀ ਜਿਵੇਂ ਜਿਵੇਂ ਇੰਟਰਸਟ ਰੇਟ ਉੱਪਰ ਜਾਈ ਜਾਣਾ, ਤੁਹਾਡਾ ਪ੍ਰਿੰਸੀਪਲ ਜਿਹੜਾ ਕਿ ਮੂਲ ਧਨ ਆ ਉਹ ਘਟੀ ਜਾਣਾ ਆ। ਇੰਟਰਸਟ ਦੀ ਪੇਮੈਂਟ ਜਿਹੜੀ ਆ ਵਧੀ ਜਾਣੀ ਆ, ਪਰ ਜਿਹੜੀ ਕੁੱਲ ਕਿਸ਼ਤ ਆ ਉਹਨੂੰ ਨਹੀਂ ਕੋਈ ਫਰਕ ਪੈਣਾ। ਅਨਲੈਸ 2% ਤੋਂ ਉੱਪਰ ਇੰਟਰਸਟ ਰੇਟ ਵੱਧ ਜਾਵੇ ਫਿਰ ਜ਼ਰੂਰ ਜਿਹੜਾ ਕੁਝ ਹੋ ਸਕਦਾ, ਪਰ ਇੰਨਾ ਵਿਆਜ ਦਰਾਂ ਵਧਣ ਦੀ ਆਸ ਜਿਹੜੀ ਆ ਨਹੀਂ ਹੈਗੀ। ਸੋ ਇਹ ਕਈ ਵਾਰੀ ਡਰਦੇ ਆ ਲੋਕ ਜਿਹੜੇ ਆ, ਪਾਣੀ ਤੋਂ ਮੌਜੇ ਲਾ ਲੈਂਦੇ ਆ। ਸੋ ਇੰਨੀ ਡਰਨ ਦੀ ਲੋੜ ਨਹੀਂ। ਕਿਸ਼ਤਾਂ ਜਿਹੜੀਆਂ ਵੱਜੀਆਂ ਹੋਈਆਂ ਆ ਉਹ ਨਹੀਂ ਵਧਣੀਆਂ। ਇੰਟਰਸਟ ਪ੍ਰਿੰਸੀਪਲ ਜਿਹੜੇ ਆ ਉੱਪਰ ਥੱਲੇ ਹੋਣੇ ਆ।
ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ। 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਵਾਰ-ਵਾਰ ਪਰੋਲ ਦੇਣ ਵਾਲਾ ਦਿੱਲੀ ਦਾ ਸੈਂਟੈਂਸ ਰਿਵਿਊ ਬੋਰਡ ਜਿਹੜਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਅਧੀਨ ਆ, ਜਿਸ ਰਿਵਿਊ ਬੋਰਡ ਦੇ ਵਿੱਚ ਕੇਜਰੀਵਾਲ ਸਰਕਾਰ ਦੇ ਬਹੁ ਗਿਣਤੀ ਅਧਿਕਾਰੀ ਆ, ਉਹਦੇ ਵੱਲੋਂ ਇੱਕ ਵਾਰੀ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਆ ਰਿਹਾਈ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਗਈ ਆ। ਜਿੰਨਾ ਚਿਰ ਹੁਣ ਅਗਲੀ ਤਰੀਕ ਪਊਗੀ ਉਹਦੀ ਕੋਈ ਸਮਾਂ ਸੀਮਾ ਨਹੀਂ ਮਿੱਥੀ ਗਈ, ਉਹ ਮਹੀਨੇ ਬਾਅਦ, 2 ਮਹੀਨੇ ਬਾਅਦ ਹੋਣੀ ਆ ਜਾਂ 6 ਮਹੀਨੇ ਬਾਅਦ ਹੋਣੀ ਆ। ਜਿੰਨਾ ਚਿਰ ਅਗਲੀ ਵਾਰੀ ਮੁੜ ਕੇ ਫਿਰ ਰਿਹਾਈ ਦੇ ਵਾਸਤੇ ਐਪਲੀਕੇਸ਼ਨ ਜਿਹੜੀ ਆ ਨਹੀਂ ਦਿੱਤੀ ਜਾਂਦੀ, ਉਹਨਾਂ ਚਿਰ ਅਰਜ਼ੀ ਜਿਹੜੀ ਆ ਖਾਰਜ ਹੀ ਰਹਿਣੀ ਆ। ਉਦੋਂ ਫਿਰ ਜੇ ਕਿ ਅਰਜ਼ੀ ਜਾਂਦੀ ਆ ਫਿਰ ਦੁਬਾਰਾ ਜਿਹੜੀ ਇਹਦੇ ਉੱਤੇ ਵਿਚਾਰ ਚਰਚਾ ਹੋਣੀ ਆ। ਸੋ ਇਸ ਦੇ ਨਾਲ ਭਗਵੰਤ ਮਾਨ ਹੋਣਾ ਵੱਲੋਂ ਲਗਾਤਾਰ ਬੋਲਿਆ ਜਾਂਦਾ ਉਹ ਝੂਠ ਵੀ ਨੰਗਾ ਹੋ ਗਿਆ ਕਿ ਫਾਈਲ ਤਾਂ ਜੀ ਰਿਹਾਈ ਵਾਲੀ ਜਿਹੜੀ ਆ ਲੈਫਟੀਨੈਂਟ ਗਵਰਨਰ ਜਾਣੀ ਕਿ LG ਕੋਲ ਪਈ ਆ। ਹੁੰਦਾ ਕੀ ਆ ਕਿ ਜਿਹੜਾ ਇਹ ਸੈਂਟੈਂਸ ਰਿਵਿਊ ਬੋਰਡ ਆ, ਜਦੋਂ ਇਹ ਕਿਸੇ ਕੈਦੀ ਦੀ ਰਿਹਾਈ ਦੇ ਵਾਸਤੇ ਸਾਈਨ ਕਰ ਦਿੰਦਾ, ਦਸਤਖਤ ਕਰ ਦਿੰਦਾ, ਉਦੋਂ ਬਾਅਦ ਮਨਜ਼ੂਰੀ ਦੇ ਵਾਸਤੇ ਫਾਈਲ ਲੈਫਟੀਨੈਂਟ ਗਵਰਨਰ ਦੇ ਕੋਲ ਜਾਂਦੀ ਆ। ਫਿਰ ਉਹ ਮਨਜ਼ੂਰ ਕਰਦਾ, ਮਨਜ਼ੂਰ ਕਰਕੇ ਜੇਲ੍ਹਾਂ ਦੇ ਡਾਇਰੈਕਟਰ ਨੂੰ ਭੇਜਦਾ ਅਤੇ ਉਹ ਰਿਹਾਈ ਦੇ ਰਾਹ ਪੱਧਰੇ ਕਰ ਦਿੰਦਾ। ਹੁਣ ਭਗਵੰਤ ਮਾਨ ਹੁਣੀ ਤਾਂ ਕਹਿ ਰਹੇ ਸੀ ਕਿ ਫਾਈਲ ਜਿਹੜੀ ਆ ਲੈਫਟੀਨੈਂਟ ਗਵਰਨਰ ਦੇ ਕੋਲ ਪਈ ਆ, ਅਤੇ ਜੇ ਉਹਦੇ ਕੋਲ ਪਈ ਸੀਗੀ ਤਾਂ ਫਿਰ ਹੁਣ ਵਾਪਸ ਕਿਵੇਂ ਆ ਗਈ ਰਿਵਿਊ ਬੋਰਡ ਦੇ ਕੋਲ, ਜਿੱਥੇ ਕਿ ਅੱਜ ਉਹਨਾਂ ਨੇ ਖਾਰਜ ਕਰ ਦਿੱਤੀ ਆ ਇਹ। ਸੋ ਇੱਕ ਹੋਰ ਝੂਠ ਜਿਹੜਾ ਚੋਣਾਂ ਦੇ ਦੌਰਾਨ ਜਿਹੜਾ ਬੋਲਿਆ ਗਿਆ। ਹੁਣ ਚੋਣਾਂ ਵੀ ਹੋ ਹਟੀਆਂ ਆ, ਕਿਸੇ ਵਰਗ ਦੀ ਵੋਟ ਲੈਣ ਦਾ ਵੀ ਜਿਹੜਾ ਆ ਆਸ ਨਹੀਂ ਹੈਗੀ, ਪਰ ਪਤਾ ਨਹੀਂ ਕਿਹੜਾ ਵੈਰ ਜਿਹੜਾ ਕੱਢਿਆ ਜਾ ਰਿਹਾ ਪ੍ਰੋਫੈਸਰ ਭੁੱਲਰ ਨਾਲ ਕਿ ਉਹ ਸ਼ਖਸ ਜਿਹੜਾ ਕਿ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨ ਆ, ਰੋਗੀ ਆ, ਅਤੇ ਜਿਹਨੇ ਬਣਦੀ ਤੋਂ ਵੱਧ ਸਜ਼ਾ ਕੱਟ ਲਈ ਆ, ਉਹਦੀ ਰਿਹਾਈ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਆ। ਅਤੇ ਸੈਂਟੈਂਸ ਬੋਰਡ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਕੇਜਰੀਵਾਲ ਸਰਕਾਰ ਦੇ ਅਧੀਨ ਆ, ਉਹਦੇ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾ ਰਹੀ ਅਤੇ ਬਹਾਨੇ ਇਹ ਲਾਏ ਜਾ ਰਹੇ ਆ ਵੀ ਇਹਦੇ ਵਿੱਚ ਆਹ ਖਾਮੀ ਸੀਗੀ, ਇਹ ਤਾਂ ਕੇਂਦਰ ਸਰਕਾਰ ਦੇ ਜਿਹੜਾ ਇੱਕ ਵਿੱਚ ਵਿਅਕਤੀ ਆ ਉਹਨੇ ਜਿਹੜੀ ਹੈ ਜੀ ਆਹ ਵਿੱਚ ਚੀਜ਼ ਮੰਗ ਲਈ, ਸਾਡੇ ਕੋਲ ਹੈ ਨਹੀਂ ਸੀ। ਸੋ ਗੱਲ ਕੀ ਆ, ਕੁੱਲ ਮਿਲਾ ਕੇ ਜੇ ਬਹੁਤ ਗਿਣਤੀ ਕੇਜਰੀਵਾਲ ਸਰਕਾਰ ਦੀ ਹੈਗੀ ਆ ਬੋਰਡ ਵਿੱਚ, ਜੇ ਉਹ ਚਾਹੁੰਦੇ ਤਾਂ ਕਰਾ ਸਕਦੇ ਸੀਗੇ। ਹੁਣ ਜੇ ਆਪਣੀ ਸਰਕਾਰ ਦੇ ਵਿੱਚ ਇੰਨਾ ਨਹੀਂ ਚੱਲਦੀ ਤਾਂ ਫਿਰ ਕੱਲ੍ਹ ਨੂੰ ਜਿਹੜੇ ਵਾਅਦੇ ਕਰ ਰਹੇ ਆ ਕੇਜਰੀਵਾਲ ਹੁਣੀ ਵੀ ਅਸੀਂ ਆਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਫਿਰ ਉਹ ਕਿਵੇਂ ਪੂਰੇ ਹੋਣਗੇ? ਜੇਕਰ ਇਹਨਾਂ ਦੀ ਆਪਣੀ ਸਰਕਾਰ ਦੇ ਵਿੱਚ, ਆਪਣੀ ਬਿਊਰੋਕ੍ਰੇਸੀ ਦੇ ਵਿੱਚ ਇੰਨੀ ਨਹੀਂ ਚੱਲਦੀ ਹੈਗੀ, ਇਹਨਾਂ ਦੀ ਸਰਕਾਰ ਦੀ ਸੁਣੀ ਨਹੀਂ ਜਾਂਦੀ ਹੈਗੀ। ਸੋ ਇਹ ਵੀ ਸਵਾਲ ਜਿਹੜਾ ਆ ਸਮਝਣ ਵਾਲਾ ਆ। ਸੋ ਗੱਲ ਕੀ ਹੁੰਦੀ ਹੈ ਵੀ ਜਦੋਂ ਵੀ ਕੋਈ ਨਵੀਂ ਪਾਰਟੀ ਬਣਦੀ ਆ, ਲੋਕਾਂ ਨੂੰ ਬੜੀਆਂ ਆਸਾਂ ਹੁੰਦੀਆਂ ਆ। ਆਮ ਆਦਮੀ ਪਾਰਟੀ ਦੇ ਨਾਲ ਵੀ ਲੋਕ ਇਸੇ ਤਰ੍ਹਾਂ ਜੁੜੇ ਸੀਗੇ, ਪਰ ਹੌਲੀ ਹੌਲੀ ਜਿਹੜੀਆਂ ਕਾਰਵਾਈਆਂ ਅੱਗੇ ਆ ਰਹੀਆਂ ਆ, ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕੇਜਰੀਵਾਲ ਵੀ ਬਾਕੀ ਪਾਰਟੀਆਂ ਦੇ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ ਹੈਗੇ। ਜਿਹੜੇ ਕੇਜਰੀਵਾਲ ਦੇ ਨਾਲ ਤੁਰੇ ਲੋਕ ਆ, ਉਹ ਵੀ ਸਮੇਂ ਦੇ ਨਾਲ ਉਹਨਾਂ ਪਾਰਟੀਆਂ, ਦੂਜੀਆਂ ਪਾਰਟੀਆਂ ਦੇ ਭਗਤਾਂ ਵਰਗੇ, ਸਮਰਥਕਾਂ ਵਰਗੇ ਹੀ ਹੋ ਗਏ ਆ। ਜਿਵੇਂ ਉਹ ਆਪਣੇ ਲੀਡਰਾਂ ਨੂੰ, ਭਾਜਪਾ ਨੂੰ, ਅਕਾਲੀ ਦਲ ਨੂੰ, ਕਾਂਗਰਸ ਨੂੰ ਡਿਫੈਂਡ ਕਰਦੇ ਹੁੰਦੇ ਆ, ਇਸੇ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਆ, ਉਹ ਕੇਜਰੀਵਾਲ ਨੂੰ ਕਿਸੇ ਵੀ ਹੱਦ ਤੱਕ ਜਾ ਕੇ ਡਿਫੈਂਡ ਕਰਦੇ ਆ। ਇਹ ਨਹੀਂ ਦੇਖਦੇ ਕਿ ਲੌਜਿਕ ਕੀ ਆ, ਕਿਵੇਂ ਆ। ਸੋ ਸਮੇਂ ਦੇ ਬੀਤ ਜਾਣ ਦੇ ਨਾਲ ਜਿਹੜਾ ਵਲੰਟੀਅਰ ਆ, ਉਹ ਆਪਣੇ ਹੀ ਪਾਰਟੀ ਦੇ ਆਗੂ ਨੂੰ ਤਾਨਾਸ਼ਾਹ ਬਣਾ ਲੈਂਦੇ ਆ। ਪਹਿਲੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਵੀ ਇਹ ਕੁਛ ਹੋਇਆ ਅਤੇ ਸ਼ਾਇਦ ਇਸ ਦੇ ਨਾਲ ਵੀ ਇਹ ਕੁਛ ਹੀ ਹੋ ਰਿਹਾ ਆ। ਅਤੇ ਲੱਗਦਾ ਕਿ ਗੱਲ ਜਿਹੜੀ ਆ ਉਹ ਆਮ ਆਦਮੀਆਂ ਦੇ ਹੱਥੋਂ ਨਿਕਲ ਚੁੱਕੀ ਹੈ ਜੀ। ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕਰਨੀ ਹੈ ਡੈਮ ਸੇਫਟੀ ਬਿੱਲ ਬਾਰੇ। ਕੇਂਦਰ ਸਰਕਾਰ ਵੱਲੋਂ ਡੈਮ ਖੋਹਣ ਦੇ ਵਾਸਤੇ ਪੰਜਾਬ ਦੇ ਜਿਹੜੇ ਡੈਮ ਆ, ਜਿਹੜਾ ਕਿ ਬਿੱਲ ਜਿਹੜਾ ਆ 2022 ਦੇ ਨਾਂ ਦੇ ਉੱਤੇ ਲਿਆਂਦਾ ਗਿਆ ਆ। ਬੜੀ ਹੈਰਾਨੀ ਦੀ ਗੱਲ ਇਹ ਹੋਈ ਆ ਕਿ 2019 ਦੇ ਵਿੱਚ ਜਿਹੜਾ ਆ, ਅਗਸਤ 2019 ਦੇ ਵਿੱਚ ਇਹ ਬਿੱਲ ਜਿਹੜਾ ਪਹਿਲਾਂ ਪਾਸ ਕੀਤਾ ਗਿਆ, ਪਰ ਪੰਜਾਬ ਦਾ ਕੋਈ ਸਿਆਸਤਦਾਨ, ਚਾਹੇ ਉਹ ਕਾਂਗਰਸ ਦੇ MP ਸੀ, ਅਕਾਲੀ ਦਲ ਦੇ ਸੀਗੇ, ਅਤੇ ਚਾਹੇ ਆਮ ਆਦਮੀ ਪਾਰਟੀ ਦੇ ਆ, ਉਹ ਬੋਲੇ ਨਹੀਂ ਹੈਗੇ ਇਸ ਮਸਲੇ ਦੇ ਉੱਤੇ। ਦਸੰਬਰ 2021 ਦੇ ਵਿੱਚ ਫਿਰ ਦੁਬਾਰਾ ਇਹ ਬਿੱਲ ਰਾਜ ਸਭਾ ਦੇ ਵਿੱਚ ਪਾਸ ਕੀਤਾ ਗਿਆ। ਫਿਰ ਵੀ ਜਿਹੜੇ ਪੰਜਾਬ ਦੇ ਸਾਰੇ MP ਸੀ, ਸਾਰੀਆਂ ਪਾਰਟੀਆਂ ਦੇ ਆ, ਇਹ ਕੁਸਕੇ ਤੱਕ ਨਹੀਂ ਆਪਣੀਆਂ ਵੋਟਾਂ ਦੇ ਵਾਸਤੇ ਰੋਡ ਸ਼ੋਅ ਕਰੀ ਗਏ ਆ, ਵੋਟਾਂ ਮੰਗੀ ਗਏ ਆ। ਸੋ ਗੱਲ ਕੀ ਆ ਵੀ ਜੇ ਤੁਸੀਂ ਜਿਹੜੇ ਚੁਣ ਕੇ ਲੀਡਰ ਭੇਜੇ ਹੋਏ ਆ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ, ਜੇ ਉਰੇ ਹੀ ਸੁੱਤੇ ਰਹਿੰਦੇ ਆ ਤਾਂ ਜੋ ਉੱਥੇ ਮਰਜ਼ੀ ਹੋਈ ਜਾਵੇ। ਹੁਣ ਸਾਰਾ ਜਿਹੜਾ ਪੰਜਾਬ ਦੇ ਡੈਮਾਂ ਦਾ ਕੰਟਰੋਲ, ਮੁਲਕ ਦੇ ਹੋਰ ਡੈਮਾਂ ਦਾ ਕੰਟਰੋਲ ਮੋਦੀ ਸਰਕਾਰ ਜਿਹੜੀ ਆ ਆਪਣੇ ਹੱਥ ਲੈਣ ਲੱਗੀ ਆ। ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਜਿਹੜੀ ਰਵਾਇਤ ਤੋਰੀ ਹੋਈ ਆ, ਉਹੀ ਰਵਾਇਤ ਹੁਣ ਗਾਹਾਂ ਭਾਜਪਾ ਨੇ ਤੋਰੀ ਆ ਕਿ ਭਾਰਤ ਨੂੰ ਸੰਘਵਾਦ ਵਿੱਚੋਂ ਕੱਢ ਕੇ, ਫੈਡਰਲਿਜ਼ਮ ਵਿੱਚੋਂ ਕੱਢ ਕੇ ਇਹਨੂੰ ਕੇਂਦਰੀ ਸਟੇਟ ਬਣਾਉਣਾ ਆ। ਸੂਬਿਆਂ ਦੇ ਹੱਕ ਜਿਹੜੇ ਆ ਉਹ ਖੋਹ ਕੇ ਕੇਂਦਰ ਨੂੰ ਸਾਰੇ ਹੱਕ ਜਿਹੜੇ ਆ ਦੇਣੇ ਆ। ਇਸ ਤੋਂ ਵੱਡੀ ਗੱਲ ਇਹ ਹੋਈ ਆ ਕਿ ਪੰਜਾਬ ਪੁਲਿਸ ਅਤੇ ਹਰਿਆਣਾ ਦੀ ਪੁਲਿਸ ਜਿਹੜੀ ਆ, ਇਹ ਡੈਮ ਦੀ ਨਿਗਰਾਨੀ ਕਰਦੀ ਸੀਗੀ, ਉਹਨੂੰ ਉਠਾ ਕੇ ਹੁਣ ਕੇਂਦਰੀ ਜਿਹੜੀ ਫੋਰਸ ਆ CISF,
ਉਹਨੂੰ ਉੱਥੇ ਤਾਇਨਾਤ ਕੀਤਾ ਜਾਣਾ ਆ। ਪੰਜਾਬ ਪੁਲਿਸ ਦੇ ਉੱਤੇ ਵੀ ਯਕੀਨ ਜਿਹੜਾ ਆ ਜਾਂ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਉੱਤੇ ਵੀ ਯਕੀਨ ਨਹੀਂ ਰਿਹਾ। ਇੱਕ ਤਰ੍ਹਾਂ ਦੇ ਨਾਲ ਪੂਰੀ ਸੂਬਿਆਂ ਦੀ ਤਾਕਤ ਖੋ ਕੇ ਕੇਂਦਰ ਆਪਣੇ ਹੱਥ ਵਿੱਚ ਲੈ ਰਹੀ ਆ। ਤੇ ਜਿਵੇਂ ਮੈਂ ਦੱਸਿਆ ਵੀ ਲੋਕ ਸਭਾ ਦੇ ਵਿੱਚ ਅਗਸਤ 2019 'ਚ ਇੱਕ ਜਿਹੜਾ ਮਤਾ ਪਾਸ ਹੋਇਆ, ਦਸੰਬਰ 2021 'ਚ ਰਾਜ ਸਭਾ 'ਚ ਪਾਸ ਹੋਇਆ, ਤੇ ਪੰਜਾਬ ਦੇ ਲੀਡਰ ਸਾਰੇ ਖਾਸ ਕਰਕੇ MP ਜਿਹੜੇ ਆ ਸੁੱਤੇ ਰਹੇ ਆ, ਜਿਸ ਕਰਕੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਵੀ ਤੁਸੀਂ ਕਿੱਥੇ ਸੁੱਤੇ ਪਏ ਸੀਗੇ। ਇੱਥੇ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।